सत श्री अकाल जी। तुसीं प्राइम मीडिया टैलीविजन देख रहे हो। मैं हसवਰਨ सिंह टैणा तो दोस्तों हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाल जाने तो पहला पंजाब के मौसम की हाल बयानी। पंजाब दे विच मौसम अज स्थिर रहा। दिन के वेले थोड़ी जी गर्मी सी, रात के वेले मौसम काफ़ी ठंडा सी। तो मौसम विभाग ने यह गल कही है कि आउंदे 48 घंटे के विच मौसम के मिजाज के विच रत्ती भर तब्दीली आउण की संभावना नहीं है। पर जेकर एक होर वड्डी खबर के वाल जाने तो पहला जिथे यूपी दे विच हाथरस कांड वापरिया ਉਹਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰੀਏ ਤਾਂ ਸ਼ਾਇਦ ਤੁਹਾਡੇ ਵੀ ਮਨ ਦੇ ਉੱਤੇ ਇੱਕ ਵਾਰੀ ਸੱਟ ਜ਼ਰੂਰ ਵੱਜੇ, ਕਿਉਂਕਿ ਜਿਹੜੇ ਖੇਤ ਦੇ ਵਿੱਚ ਉਸ ਦਲਿਤ ਲੜਕੀ ਦੇ ਨਾਲ ਜਬਰ ਜਨਾਹ ਹੋਇਆ, ਕਿਉਂਕਿ ਅਸੀਂ ਹੁਣ ਤੱਕ ਬਹੁਤ ਵਾਰ ਰਿਪੋਰਟਾਂ ਸਾਂਝੀਆਂ ਕੀਤੀਆਂ। ਬੇਸ਼ੱਕ ਬੀਜੇਪੀ ਦੇ ਕੁਝ ਨੇਤਾ ਤੇ ਠਾਕੁਰ ਭਾਈਚਾਰਾ ਇਹ ਗੱਲ ਕਹਿੰਦਾ ਵੀ ਕੁੜੀ ਨੂੰ ਉਹਦੀ ਮਾਂ ਨੇ ਤੇ ਉਹਦੇ ਭਰਾ ਨੇ ਹੀ ਕੁੱਟ-ਕੁੱਟ ਕੇ ਮਾਰਿਆ। ਇਹ ਜਿਹੜੇ ਚਾਰੇ ਕਸੂਰਵਾਰ ਆ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਨਹੀਂ ਕਤਲ ਕੀਤਾ, ਅਸੀਂ ਨਹੀਂ ਕੁਝ ਕੀਤਾ। ਪਰ ਇਸ ਮਾਮਲੇ ਦੇ ਵਿੱਚ CBI ਨੂੰ ਜਾਣਕਾਰੀ ਦਿੱਤੀ ਹੈ ਜਿਹੜੀ ਸੋਮ ਸਿੰਘ ਨੇ। ਸੋਮ ਸਿੰਘ ਕੌਣ ਆ ਜਿਹਦੇ ਖੇਤ ਦੇ ਵਿੱਚ ਇਹ ਜਬਰ ਜਨਾਹ ਕੀਤਾ ਗਿਆ, ਇਹਦੇ ਬਾਬਤ ਪਤਾ ਲੱਗਾ ਸੀਗਾ। ਉਹਨੇ ਹੁਣ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ ਕੋਲੋਂ 50,000 ਰੁਪਏ ਦਾ ਮੁਆਵਜ਼ਾ ਮੰਗਿਆ। ਸੋਮ ਸਿੰਘ ਨੇ ਇਹ ਗੱਲ ਕਹੀ ਆ ਕਿ ਮੇਰੇ ਖੇਤ ਦੇ ਵਿੱਚ ਜਬਰ ਜਨਾਹ ਹੋਇਆ। ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹਨੇ ਇਹ ਗੱਲ ਆਖੀ ਜੀ ਕਿ ਤੂੰ ਆਪਣੇ ਖੇਤ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ, ਕਿਉਂਕਿ ਇਹਦੇ ਨਾਲ ਪੈੜਾਂ ਦੇ ਨਿਸ਼ਾਨ, ਇਹਦੇ ਨਾਲ ਬਾਕੀ ਸਬੂਤ ਆ ਜਿਹੜੇ ਮਿਟ ਜਾਣੇ ਆ। ਮੇਰੀ ਫਸਲ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਈ ਆ, ਇਸ ਕਰਕੇ ਮੈਨੂੰ 50,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਸੋ ਇਸ ਗੱਲ ਦੇ ਉੱਤੇ ਹੈਰਾਨੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ। ਜੇ ਤਾਂ ਇਹ ਗੱਲ ਦੇਖੀਏ ਵੀ ਜੋ ਪੁਲਿਸ ਹੈ ਉਹਦੇ ਵੱਲੋਂ ਸਬੂਤ ਨਾ ਮਿਟਣ ਦੇਣ ਦੇ ਲਈ ਇਹ ਸਾਰਾ ਕੁਝ ਕਿਹਾ ਗਿਆ, ਫਿਰ ਵੱਖਰਾ ਪ੍ਰਸੰਗ ਆ। ਪਰ ਜੇਕਰ ਮਨੁੱਖ ਦੇ ਤੌਰ ਦੇ ਉੱਤੇ ਸੋਚੀਏ, ਕਿਸੇ ਦੀ ਜ਼ਿੰਦਗੀ ਬਰਬਾਦ ਹੋਈ ਤੇ ਅਸੀਂ ਉਹਦੇ ਤੇ ਪੈਸੇ ਵੀ ਮੰਗ ਰਹੇ ਹਾਂ। ਯੋਗੀ ਆਦਿੱਤਿਆਨਾਥ ਦੀ ਸਰਕਾਰ ਤਾਂ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾ ਚੁੱਕੀ ਆ, ਇਹਦੇ ਬਾਬਤ ਆਪਾਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਹੈ। ਪਰ ਉਸ ਖੇਤ ਦੇ ਮਾਲਕ ਦੇ ਵੱਲੋਂ 50,000 ਰੁਪਈਆ ਮੁਆਵਜ਼ੇ ਦੀ ਮੰਗ ਆ ਜਿਹੜੀ ਉਹ ਯੋਗੀ ਸਰਕਾਰ ਤੋਂ ਕੀਤੀ ਗਈ ਹੈ। ਇਹ ਅੱਜ ਨੈਸ਼ਨਲ ਮੀਡੀਆ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਖਬਰ ਬਣੀ ਹੈ ਵੀ ਜਿਹਦੇ ਖੇਤ ਦੇ ਵਿੱਚ ਇਹ ਸਾਰਾ ਕਾਂਡ ਵਾਪਰਿਆ ਉਹਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਮੇਰੀ ਆਰਥਿਕ ਮਦਦ ਕੀਤੀ ਜਾਵੇ, ਮੈਨੂੰ ਮੁਆਵਜ਼ਾ ਮਿਲੇ। ਹੁਣ ਜੇ ਪਹਿਲੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਬੜੀ ਹੈਰਾਨੀਜਨਕ ਆ। ਤੁਸੀਂ ਵੀ ਇਸ ਗੱਲ ਦੇ ਉੱਤੇ ਹੈਰਾਨ ਹੋਣਾ। ਮੈਂ ਨਿੱਜੀ ਤੌਰ ਦੇ ਉੱਤੇ ਬੇਹੱਦ ਹੈਰਾਨ ਹੋਇਆ। ਦੁਨੀਆ ਦੇ ਵਿੱਚ ਕੋਈ ਵੀ ਬੰਦਾ ਹਾਲੇ ਤੱਕ ਇਹ ਨਹੀਂ ਗੱਲ ਕਹਿ ਸਕਦਾ, ਦੁਨੀਆ ਦੇ ਕਿਸੇ ਵੀ ਦੇਸ਼ ਦੀ ਸਰਕਾਰ ਇਹ ਨਹੀਂ ਗੱਲ ਕਹਿ ਸਕਦੀ ਵੀ ਕਰੋਨਾ ਦੀ ਸਾਨੂੰ ਦਵਾਈ ਮਿਲ ਗਈ ਆ, ਸਾਡੇ ਕੋਲ ਵੈਕਸੀਨ ਦਾ ਪ੍ਰਬੰਧ ਹੋ ਗਿਆ। ਹਾਲਾਂਕਿ ਬਹੁਤ ਸਾਰੇ ਦੇਸ਼ ਇਹ ਦਾਅਵਾ ਕਰ ਰਹੇ ਆ। ਕੋਈ ਕਹਿੰਦਾ ਜੀ ਕਿ ਅਸੀਂ ਬਹੁਤ ਨੇੜੇ ਪਹੁੰਚ ਗਏ ਵੈਕਸੀਨ ਦੇ, ਕੋਈ ਕਹਿੰਦਾ ਜੀ ਅਸੀਂ ਸਭ ਤੋਂ ਪਹਿਲਾਂ ਬਣਾਵਾਂਗੇ, ਕੋਈ ਕਹਿੰਦਾ ਜੀ ਕਿ ਅਸੀਂ ਆਪਣੀ ਵੈਕਸੀਨ ਦੁਨੀਆ ਭਰ ਦੇ ਵਿੱਚ ਭੇਜਾਂਗੇ, ਕੋਈ ਕਹਿ ਰਿਹਾ ਜੀ ਹਾਲੇ ਵੈਕਸੀਨ ਬਣਨੀ ਨਹੀਂ, ਘੱਟੋ ਘੱਟ 6 ਮਹੀਨੇ ਉਡੀਕ ਕਰਨੀ ਪੈਣੀ ਆ, ਕੋਈ ਕਹਿ ਰਿਹਾ ਜੀ ਕਿ ਅਸੀਂ ਮਨੁੱਖੀ ਟਰਾਇਲ ਦੇ ਵੱਲ ਵਧ ਰਹੇ ਹਾਂ। ਸਭ ਦੇ ਆਪੋ ਆਪਣੇ ਵਿਚਾਰ ਆ। ਪਰ ਰਾਮਦੇਵ ਹੋਰਾਂ ਨੇ ਤਾਂ ਆਪਦੀ ਬਣਾ ਕੇ ਤੇ ਕਈ ਤਰ੍ਹਾਂ ਦੀ ਛੁਰਲੀ ਜੀ ਛੱਡ ਵੀ ਦਿੱਤੀ ਸੀ, ਬਾਅਦ ਦੇ ਵਿੱਚ ਠੁੱਸ ਹੋ ਕੇ ਰਹਿ ਗਈ ਸੀ ਉਹਨਾਂ ਦੀ ਗੱਲ। ਪਰ ਇਹ ਗੱਲ ਹੁਣ ਬਿਹਾਰ ਦੀਆਂ ਚੋਣਾਂ ਦੇ ਵਿੱਚ ਇੱਕ ਬਹੁਤ ਵੱਡੇ ਏਜੰਡੇ ਦੇ ਤੌਰ ਦੇ ਉੱਤੇ ਵਰਤੀ ਜਾ ਰਹੀ ਹੈ। ਤੁਸੀਂ ਹੈਰਾਨ ਹੋਵੋਗੇ, ਹੁਣ ਤੱਕ ਤਾਂ ਦਾਰੂ ਦੇ ਕੇ ਤੇ ਲੋਕਾਂ ਤੋਂ ਵੋਟਾਂ ਲੈਂਦੇ ਰਹੇ। ਹੁਣ ਤੱਕ ਵੱਖ-ਵੱਖ ਸੂਬਿਆਂ ਦੀਆਂ ਵੋਟਾਂ ਦੇ ਵਿੱਚ ਭੁੱਕੀ ਦਾ ਪ੍ਰਬੰਧ ਕਰਦੇ ਰਹੇ ਵੱਖ-ਵੱਖ ਪਾਰਟੀਆਂ ਦੇ ਆਗੂ। ਹੁਣ ਤੱਕ ਬਹੁਤ ਸਾਰੇ ਹੋਰ ਲਾਲਚ ਸੀ ਵੀ ਤੁਹਾਡਾ ਬਿਜਲੀ ਦਾ ਬਿੱਲ ਦੇਵਾਂਗੇ, ਤੁਹਾਨੂੰ ਅਸੀਂ ਆਹ ਚੀਜ਼ ਦੇ ਦਿਆਂਗੇ, ਤੁਹਾਨੂੰ ਆਹ ਚੀਜ਼ ਦੇ ਦਿਆਂਗੇ। ਵੋਟਾਂ ਇੱਦਾਂ ਪੈਣੀਆਂ ਸੀ। ਪਰ ਟੀਕੇ ਦੇ ਨਾਂ ਦੇ ਉੱਤੇ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਇਹ ਮੇਰਾ ਖਿਆਲ ਭਾਰਤੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਬਿਹਾਰ ਦੇ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ ਕੁਝ ਦਿਨਾਂ ਬਾਅਦ ਪੈ ਜਾਣੀਆਂ। ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਹੁਤ ਵੱਡਾ ਕੁਝ ਉੱਥੇ ਪ੍ਰਬੰਧ ਕੀਤਾ ਗਿਆ। ਕਈ ਤਰ੍ਹਾਂ ਦੀਆਂ ਛੁਰਲੀਆਂ ਛੱਡੀਆਂ ਜਾ ਰਹੀਆਂ। ਪਰ ਜਿਹੜੀ ਗੱਲ ਅੱਜ ਨਿਰਮਲਾ ਸੀਤਾਰਮਨ ਹੋਰਾਂ ਨੇ ਸੰਕਲਪ ਪੱਤਰ ਦੇ ਵਿੱਚ ਸੀਗੀ, ਕਿਉਂਕਿ ਵਿੱਤ ਮੰਤਰੀ ਨੇ ਦੇਸ਼ ਦੇ ਨਿਰਮਲਾ ਸੀਤਾਰਮਨ ਹੋਰੀ, ਉਹਨਾਂ ਨੇ ਬਿਹਾਰ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਹਨੂੰ ਸੰਕਲਪ ਪੱਤਰ ਦਾ ਨਾਂ ਦਿੱਤਾ ਗਿਆ। ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਸੰਕਲਪ ਲੈ ਲਿਆ ਵੀ ਆਹ ਕੰਮ ਕਰਨੇ ਆ। ਉਹਦੇ ਵਿੱਚ ਇੱਕ ਇਹ ਵੀ ਗੱਲ ਲਿਖੀ ਗਈ ਹੈ ਕਿ ਜੇਕਰ ਸਾਡੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਬਿਹਾਰ ਦੇ ਕੱਲੇ ਵਿਅਕਤੀ ਦੇ ਅਸੀਂ ਕਰੋਨਾ ਦਾ ਟੀਕਾਕਰਨ ਕਰਾਂਗੇ, ਉਹ ਵੀ ਮੁਫਤ ਦੇ ਵਿੱਚ। ਯਾਨੀ ਕਿ ਟੀਕਾ ਹਾਲੇ ਬਣਿਆ ਨਹੀਂ, ਟੀਕਾ ਪਤਾ ਨਹੀਂ ਕਦੋਂ ਬਣਨਾ, ਪਰ ਉਹ ਕਹਿੰਦੇ ਜੀ ਕਿ ਅਸੀਂ ਟੀਕਾ ਲਾਵਾਂਗੇ ਤੁਹਾਡੇ ਜੇਕਰ ਤੁਸੀਂ ਸਾਨੂੰ ਵੋਟ ਪਾਤੀ। ਅਤੇ ਮਤਲਬ ਇਹ ਆ ਵੀ ਜੇਕਰ ਵੋਟ ਨਾ ਪਾਈ ਤਾਂ ਸ਼ਾਇਦ ਟੀਕਾ ਆਵੇ ਵੀ ਨਾ ਤੇ ਹੋ ਸਕਦਾ ਮੁਫਤ ਦੇ ਵਿੱਚ ਲੱਗੇ ਵੀ ਨਾ। ਇਹੋ ਜਿਹੀਆਂ ਛੁਰਲੀਆਂ, ਇਹੋ ਜਿਹੇ ਛੜਯੰਤਰ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਵਰਤੇ ਜਾ ਰਹੇ ਆ। ਇਸ ਗੱਲ ਦੇ ਉੱਤੇ ਹੁਣ ਚੋਣ ਕਮਿਸ਼ਨ ਨੇ ਵੀ ਇਤਰਾਜ਼ ਜ਼ਾਹਰ ਕੀਤਾ। ਉਹਨੇ ਇਹ ਗੱਲ ਕਹੀ ਹੈ ਵੀ ਇਹ ਤਾਂ ਲੋਕਾਂ ਨੂੰ ਭੁਚਲਾਵੇ ਦੇ ਵਿੱਚ ਲੈਣ ਵਾਲੀ ਗੱਲ ਆ ਵੀ ਲੋਕ ਕਰੋਨਾ ਤੋਂ ਡਰੇ ਹੋਏ ਆ ਤੇ ਤੁਸੀਂ ਇਹ ਗੱਲ ਕਹਿੰਦੇ ਆ ਵੀ ਅਸੀਂ ਹੀ ਤੁਹਾਨੂੰ ਬਚਾ ਸਕਦੇ ਹਾਂ। ਹਾਲਾਂਕਿ ਜੇਕਰ ਲੋਕ ਇਹ ਗੱਲ ਕਹਿ ਦੇਣ ਵੀ ਜਦੋਂ ਕਰੋਨਾ ਦਾ ਟੀਕਾ ਲਾਓਗੇ ਆਪਾਂ ਵੋਟਾਂ ਵੀ ਫੇਰ ਹੀ ਪਾਵਾਂਗੇ, ਤੇ ਉਦੋਂ ਬੀਜੇਪੀ ਦੇ ਆਗੂਆਂ ਨੇ ਇਹ ਗੱਲ ਕਹਿਣੀ ਹੈ ਵੀ ਚੋਣ ਕਮਿਸ਼ਨ ਨੇ ਹੀ ਚੋਣਾਂ ਦਾ ਐਲਾਨ ਕੀਤਾ, ਸਾਨੂੰ ਤਾਂ ਇਸ ਗੱਲ ਦੀ ਕਾਹਲੀ ਨਹੀਂ ਸੀ। ਮਤਲਬ ਇਹ ਆ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ, ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ, ਲੋਕਾਂ ਨੂੰ ਭੁਚਲਾਵੇ ਦੇ ਵਿੱਚ ਲੈਣ ਦੇ ਲਈ ਇਹ ਟੀਕੇ ਦੀ ਵਰਤੋਂ ਵੀ ਹੁਣ ਕੀਤੀ ਜਾ ਰਹੀ ਹੈ। ਕਰੋਨਾ ਦਾ ਸਹਾਰਾ ਲਿਆ ਜਾ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਕਿਵੇਂ ਇਸ ਬਿਆਨ ਦੀ ਨਿਖੇਧੀ ਕੀਤੀ ਹੈ, ਸਮੇਤ ਬੀਬੀ ਹਰਸਿਮਰਤ ਕੌਰ ਬਾਦਲ ਦੇ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਬਿਹਾਰ ਚੋਣਾਂ ਦੇ ਵਿੱਚ ਸੰਕਲਪ ਪੱਤਰ ਦੇ ਵਿੱਚ ਕਰੋਨਾ ਟੀਕਾ ਮੁਫਤ ਲਾਉਣ ਦੇ ਵਾਅਦੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਨੇ ਟਵੀਟ ਕੀਤਾ ਹੈ ਕਿ ਬਿਹਾਰ ਦੇ ਵਿੱਚ ਸਿਰਫ ਮੁਫਤ ਟੀਕਾ ਹੀ ਦਿੱਤਾ ਜਾਵੇਗਾ ਕਿ ਸਾਰੇ ਦੇਸ਼ ਦੇ ਲੋਕ ਬਰਾਬਰ ਦੇ ਨਾਗਰਿਕ ਨਹੀਂ। ਹਰਸਿਮਰਤ ਨੇ ਭਾਜਪਾ ਦੇ ਚੋਣ ਪੱਤਰ ਨੂੰ ਅਨੈਤਿਕ ਕਰਾਰ ਦਿੱਤਾ ਤੇ ਕਿਹਾ ਕਿ ਜੀਵਨ ਬਚਾਉਣ ਵਾਲੇ ਟੀਕੇ ਵੋਟਾਂ ਦੇ ਲਈ ਔਜ਼ਾਰ ਦੇ ਤੌਰ ਦੇ ਉੱਤੇ ਵਰਤੇ ਜਾ ਰਹੇ ਨੇ। ਹਰਸਿਮਰਤ ਕੌਰ ਨੇ ਟਵੀਟ ਕੀਤਾ ਕਿ ਸਿਰਫ ਬਿਹਾਰ ਦੇ ਵਿੱਚ ਮੁਫਤ ਟੀਕਾ, ਇਹ ਤਾਂ ਸੱਚੀ ਹਾਸੋਹੀਣੀ ਗੱਲ ਹੈ ਕਿ ਸਾਰਾ ਦੇਸ਼ ਟੈਕਸ ਨਹੀਂ ਅਦਾ ਕਰਦਾ ਜਾਂ ਉਹ ਭਾਰਤ ਦੇ ਬਰਾਬਰ ਵਾਲੇ ਨਾਗਰਿਕ ਨਹੀਂ। ਪੂਰੇ ਦੇਸ਼ ਨੂੰ ਟੀਕਾ ਲਾਉਣਾ ਭਾਰਤ ਸਰਕਾਰ ਦਾ ਫਰਜ਼ ਹੈ। ਇਹ ਜੀਵਨ ਸੁਰੱਖਿਆ ਟੀਕਾ ਵੋਟ ਪਾਉਣ ਲਈ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਣਾ ਪੂਰੀ ਤਰ੍ਹਾਂ ਅਨੈਤਿਕ ਹੈ। ਦੱਸਣਾ ਬਣਦਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਦਿਆਂ ਕਿਹਾ ਕਿ ਜਦ ਤੱਕ ਕਰੋਨਾ ਵਾਇਰਸ ਟੀਕਾ ਨਹੀਂ ਆਉਂਦਾ ਉਦੋਂ ਤੱਕ ਮਾਸਕ ਹੀ ਟੀਕਾ ਹੈ, ਪਰ ਜਿਵੇਂ ਹੀ ਇਹ ਟੀਕਾ ਆਵੇਗਾ ਵੱਡੇ ਪੱਧਰ ਦੇ ਉੱਤੇ ਭਾਰਤ 'ਚ ਤਿਆਰ ਕੀਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਇਹ ਸਾਡਾ ਸੰਕਲਪ ਹੈ ਕਿ ਜਦੋਂ ਟੀਕਾ ਤਿਆਰ ਹੋ ਜਾਂਦਾ ਤਾਂ ਬਿਹਾਰ ਦੇ ਹਰੇਕ ਵਾਸੀ ਨੂੰ ਕਰੋਨਾ ਵਾਇਰਸ ਦਾ ਟੀਕਾ ਮੁਫਤ ਦਿੱਤਾ ਜਾਵੇਗਾ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਬੀਜੇਪੀ ਦੇ ਇਸ ਐਲਾਨ ਦੇ ਉੱਤੇ ਚੁਟਕੀ ਲਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤੱਕ ਪਹੁੰਚਣ ਦੀ ਰਣਨੀਤੀ ਦਾ ਐਲਾਨ ਕੀਤਾ ਹੈ ਤੇ ਹੁਣ ਲੋਕ ਜਾਣਕਾਰੀ ਲੈਣ ਲਈ ਰਾਜ ਅਨੁਸਾਰ ਚੋਣ ਪ੍ਰੋਗਰਾਮਾਂ ਉੱਤੇ ਗੌਰ ਕਰ ਸਕਦੇ ਨੇ ਕਿ ਇਹ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਨਿਰਮਲਾ ਸੀਤਾਰਮਨ ਨੇ ਜਿਹੜਾ ਇਹ ਐਲਾਨ ਕੀਤਾ ਇਹਦੇ ਉੱਤੇ ਬੜੇ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋ ਰਿਹਾ। ਦੱਸਣਾ ਬਣਦਾ ਹੈ ਕਿ ਇਸ ਵਕਤ ਭਾਰਤ ਦੇ ਵਿੱਚ ਕਰੋਨਾ ਬੇਸ਼ੱਕ ਘਟ ਰਿਹਾ ਪਰ ਮੁੱਕ ਨਹੀਂ ਰਿਹਾ ਤੇ ਇਸ ਗੱਲ ਦਾ ਐਲਾਨ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਸੀ ਕਿ ਸਾਨੂੰ ਇਹਤਿਆਤ ਵਰਤਣਾ ਚਾਹੀਦਾ ਹੈ। ਕਰੋਨਾ ਕੁਝ ਹੱਦ ਤੱਕ ਘਟਿਆ ਜ਼ਰੂਰ ਹੈ ਪਰ ਮੁੱਕਿਆ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਜਨੀਤਿਕ ਲੋਕਾਂ ਦੇ ਵੱਲੋਂ ਆਮ ਲੋਕਾਂ ਦੀ ਵੋਟਰਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਬਹੁਤ ਕੁਝ ਕੀਤਾ ਜਾਂਦਾ ਹੈ, ਪਰ ਹੁਣੇ ਨਿਊਜ਼ੀਲੈਂਡ ਦੇ ਵਿੱਚ ਵੀ ਚੋਣਾਂ ਹੋ ਕੇ ਹਟੀਆਂ। ਉੱਥੋਂ ਦੀ ਸਰਕਾਰ ਨੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੇ ਵਾਂਗ ਆਪਣੇ ਕਾਮਿਆਂ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਆਰਥਿਕ ਤੌਰ ਦੇ ਉੱਤੇ ਬਚਾਉਣ ਦੇ ਲਈ ਉਹਨਾਂ ਦੀਆਂ ਨੌਕਰੀਆਂ ਸਲਾਮਤ ਰੱਖਣ ਦੇ ਲਈ ਖਾਤਿਆਂ ਦੇ ਵਿੱਚ ਹਫ਼ਤਾਵਾਰੀ ਪੈਸੇ ਪਾਏ ਆ। ਪਰ ਮੇਰਾ ਨਹੀਂ ਖਿਆਲ ਵੀ ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹੀ ਹੋਵੇ ਜੀ ਸਾਨੂੰ ਵੋਟਾਂ ਪਾਓ ਕਿਉਂਕਿ ਅਸੀਂ ਤੁਹਾਨੂੰ ਪੈਸੇ ਦਿੱਤੇ ਆ, ਕਿਉਂਕਿ ਅਸੀਂ ਤੁਹਾਡੇ ਖਾਤਿਆਂ 'ਚ ਡਾਲਰ ਪਾਉਂਡ ਪਾਉਂਦੇ ਰਹੇ ਹਾਂ। ਇੱਦਾਂ ਦੀ ਗੱਲ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਨਹੀਂ ਕਹੀ, ਪਰ ਭਾਰਤ ਦੇ ਵਿੱਚ ਇਹ ਗੱਲਾਂ ਚੋਣ ਮਨੋਰਥ ਪੱਤਰ 'ਚ ਸ਼ਾਮਲ ਹੋ ਜਾਂਦੀਆਂ ਕਿ ਅਸੀਂ ਇਸ ਗੱਲ ਦੀ ਆਸ ਕਰ ਸਕਦੇ ਹਾਂ ਵੀ ਜਸਿੰਡਾ ਸਰਕਾਰ ਇਹ ਗੱਲ ਕਹਿੰਦੀ, ਯਾਨੀ ਕਿ ਲੇਬਰ ਪਾਰਟੀ ਇਹ ਗੱਲ ਕਹਿੰਦੀ ਵੀ ਜੇਕਰ ਸਾਨੂੰ ਵੋਟਾਂ ਪਾਓਗੇ ਤਾਂ ਅਸੀਂ ਤੁਹਾਡੇ ਟੀਕੇ ਲਾਵਾਂਗੇ, ਜੇਕਰ ਤੁਸੀਂ ਸਾਨੂੰ ਜਿਤਾਓਗੇ ਫਿਰ ਅਸੀਂ ਮੁਫਤ ਦੇ ਵਿੱਚ ਤੁਹਾਡੇ ਟੀਕੇ ਲਾਵਾਂਗੇ। ਇਹ ਸਾਰਾ ਕੁਝ ਕੂੜ ਪ੍ਰਚਾਰ ਜਿੰਨਾ ਬਕਵਾਸਬਾਜ਼ੀ ਹੈ ਇਹ ਭਾਰਤ ਦੇ ਵਿੱਚ ਹੀ ਕਿਹੜੀ ਗੱਲੋਂ ਹੁੰਦੀ ਆ, ਹੈਰਾਨੀ ਇਸ ਗੱਲ ਤੇ ਆ। ਸੋ ਭਾਰਤ ਦੇ ਵਿੱਚ ਕਰੋਨਾ ਦੇ ਟੀਕੇ ਦੀ ਹਾਲ ਦੀ ਘੜੀ ਕੋਈ ਆਸ ਨਹੀਂ, ਕਿਉਂਕਿ ਦੁਨੀਆ ਭਰ ਦੇ ਵਿੱਚ ਜਦੋਂ ਕਿਸੇ ਚੀਜ਼ ਦੀ ਵੈਕਸੀਨ ਹੈ ਨਹੀਂ ਕਿਸੇ ਰੋਗ ਦੀ ਤਾਂ ਫਿਰ ਭਾਰਤ ਦੇ ਵਿੱਚ ਕਿਵੇਂ ਆਪਾਂ ਕਹਿ ਸਕਦੇ ਹਾਂ, ਐਲਾਨ ਕਿਵੇਂ ਕਰ ਸਕਦੇ ਹਾਂ। ਇਹ ਭਾਰਤ ਦੇ ਵਿੱਚ ਇਹ ਛੁਰਲੀਆਂ ਕਿ ਪਹਿਲਾਂ ਤਾਂ ਰਾਮਦੇਵ ਵਰਗੇ ਬੰਦੇ ਇਹ ਗੱਲ ਕਹਿੰਦੇ ਜੀ ਕਿ ਅਸੀਂ ਆਹ ਦੇਖੋ ਜੀ ਕਰੋਨਾ ਜਿਹੜੀ ਦਵਾਈ ਆ ਉਹ ਲੱਭ ਲਈ ਆ ਤੇ ਇਹ ਦਵਾਈ ਲਓਗੇ ਤਾਂ ਫਿਰ ਦੇਖੋ ਜੀ ਸਾਰੇ ਬੁਖਾਰ ਬਖੂਰ ਹਟ ਜਾਣੇ ਆ। ਪਰ ਬਾਅਦ ਦੇ ਵਿੱਚ ਜਦੋਂ ਰੌਲਾ ਪੈ ਜਾਂਦਾ ਵੀ ਤੁਹਾਡੇ ਕੋਲੇ ਕਿੱਥੇ ਪ੍ਰਮਾਣ ਪੱਤਰ, ਤੁਹਾਨੂੰ ਕਿਹਨੇ ਆਗਿਆ ਦਿੱਤੀ ਆ, ਕਿਹਦੇ ਉੱਤੇ ਟਰਾਇਲ ਕੀਤੇ ਆ, ਤੁਸੀਂ ਮਨੁੱਖੀ ਟਰਾਇਲ ਕਦੋਂ ਕੀਤਾ, ਫਿਰ ਉਹ ਕਹਿੰਦੇ ਜੀ ਇਹ ਤਾਂ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਲੀ ਦਵਾਈ ਆ ਤੇ ਜੇਕਰ ਇਮਿਊਨਿਟੀ ਸਟਰੋਂਗ ਹੋਊਗੀ ਤਾਂ ਫਿਰ ਕਰੋਨਾ ਤੋਂ ਆਪੇ ਬਚੇ ਰਹੋਗੇ। ਫਿਰ ਉਹ ਮੋੜ ਕੱਟ ਲੈਂਦੇ ਆ। ਪਰ ਉਹਨਾਂ ਦੇ ਵੱਲੋਂ ਪਹਿਲੇ ਬਿਆਨ ਦੇ ਕਰਕੇ ਹੀ ਭਾਰਤ ਦੇ ਵਿੱਚ ਇੰਨੀ ਕੁ ਮੰਗ ਵੱਧ ਗਈ ਸੀ ਇਸ ਦਵਾਈ ਦੀ ਜਿਹੜੀ ਕਿ ਬਾਅਦ ਦੇ ਵਿੱਚ ਪੂਰੀ ਹੋਈ ਨਹੀਂ ਤੇ ਹੋਣੀ ਵੀ ਨਹੀਂ ਸੀ ਕਿਉਂਕਿ ਰੌਲਾ ਪੈ ਗਿਆ। ਪਰ ਇਹੋ ਜਿਹੀਆਂ ਛੁਰਲੀਆਂ ਭਾਰਤ ਦੇ ਵਿੱਚ ਹੀ ਚੱਲਦੀਆਂ। ਹੁਣ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ 12 ਮਿੰਟ ਦਾ ਭਾਸ਼ਣ ਦਿੱਤਾ। ਉਹਨਾਂ ਨੇ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ। ਉਹਨਾਂ ਨੇ 12 ਮਿੰਟ ਦੇ ਵਿੱਚ ਇਹੀ ਗੱਲਾਂ ਕਹੀਆਂ ਕਿ ਕਰੋਨਾ ਤੋਂ ਆਪਾਂ ਬਚ ਕੇ ਰਹਿਣਾ। ਅੱਜ ਛਠ ਪੂਜਾ ਦਾ ਤਿਉਹਾਰ ਆ ਰਿਹਾ, ਇੱਥੇ ਜੀ ਦੀਵਾਲੀ ਆ ਰਹੀ ਆ, ਦੁਸਹਿਰਾ ਆ ਰਿਹਾ, ਨਵਾਂ ਸਾਲ ਆ ਰਿਹਾ, ਹੋਰ ਕਈ ਤਿਉਹਾਰ ਆ ਰਹੇ ਆ, ਪਰ ਆਪਾਂ ਮਾਸਕ ਵੀ ਪਹਿਨਣਾ ਤੇ ਆਪਾਂ ਅਣਗਹਿਲੀ ਨਹੀਂ ਵਰਤਣੀ। ਉਹਨਾਂ ਨੇ ਕਿਹਾ ਸੀ ਜੀ ਕਿ ਕਰੋਨਾ ਦੀ ਵੈਕਸੀਨ ਜਦੋਂ ਵੀ ਆ ਗਈ ਉਦੋਂ ਅਸੀਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਪਹੁੰਚਦੀ ਕਰਾਂਗੇ, ਹਰ ਇੱਕ ਬੰਦੇ ਤੱਕ ਪਹੁੰਚੇ। ਪਰ ਹਾਲੇ ਪਤਾ ਕੋਈ ਨਹੀਂ ਇਹ ਆਉਣੀ ਕਦੋਂ ਆ। ਉਹਨਾਂ ਦੇ ਇਸ ਭਾਸ਼ਣ ਨੂੰ ਡਿਸਲਾਈਕ ਕਿੰਨੇ ਮਿਲੇ ਸੀ ਆਪਾਂ ਜਾਣਦੇ ਹਾਂ। ਫਿਰ ਇਸੇ ਕਰਕੇ ਭਾਜਪਾ ਨੇ ਡਿਸਲਾਈਕ ਵਾਲਾ ਬਟਨ ਹੀ ਖਤਮ ਕਰਤਾ। ਕੋਈ ਲਾਈਕ ਵੀ ਨਹੀਂ ਕਰ ਸਕਦਾ, ਕੋਈ ਡਿਸਲਾਈਕ ਵੀ ਨਹੀਂ ਕਰ ਸਕਦਾ YouTube ਦੇ ਉੱਤੇ ਜਿਹੜਾ ਪ੍ਰੋਗਰਾਮ ਪਾਇਆ ਸੀ। ਸੋ ਇਹਨਾਂ ਗੱਲਾਂ ਤੋਂ ਭਾਜਪਾ ਕੋਈ ਸਬਕ ਨਹੀਂ ਸਿੱਖ ਰਹੀ, ਸਗੋਂ ਹਾਲੇ ਵੀ ਕਰੋਨਾ ਨੂੰ ਹਥਿਆਰ ਬਣਾਇਆ ਜਾ ਰਿਹਾ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਉੱਦਾਂ ਇਹ ਗੱਲ ਕਹਿੰਦੇ ਆ ਕਿ 5 ਬੰਦਿਆਂ ਤੋਂ ਵੱਧ ਕਿਤੇ ਇਕੱਠੇ ਨਾ ਹੋਵੋ। ਉਹ ਕਹਿੰਦੇ ਵੀ 2 ਮੀਟਰ ਦੀ ਦੂਰੀ ਰੱਖੋ। ਤੇ ਬਿਹਾਰ ਦੇ ਵਿੱਚ ਬੀਜੇਪੀ ਦੀਆਂ ਰੈਲੀਆਂ ਦੀ ਗੱਲ ਕਰੋ, ਭਾਵੇਂ ਨਿਤੀਸ਼ ਕੁਮਾਰ ਦੀਆਂ ਰੈਲੀਆਂ ਦੀ ਗੱਲ ਕਰੋ, ਭਾਵੇਂ ਤੇਜਸਵੀ ਯਾਦਵ ਦੀਆਂ ਰੈਲੀਆਂ ਦੀ ਗੱਲ ਕਰੋ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚਦੇ ਆ। ਹੁਣ ਕਿਸੇ ਨੂੰ ਕਰੋਨਾ ਕਿਉਂ ਨਹੀਂ ਹੁੰਦਾ? ਯਾਨੀ ਕਿ ਰਾਜਨੀਤਿਕ ਲੋਕ ਕਰੋਨਾ ਆ ਗਿਆ ਜਾਂ ਕਰੋਨਾ ਚਲਾ ਗਿਆ ਇਸ ਗੱਲ ਨੂੰ ਵੀ ਆਪਣੇ ਤਰੀਕੇ ਨਾਲ ਆਪਣੇ ਫਾਇਦੇ ਮੁਤਾਬਕ ਵਰਤ ਰਹੇ ਆ। ਸੋ ਕਰੋਨਾ ਦਾ ਟੀਕਾ ਅਸੀਂ ਮੁਫਤ ਦੇ ਵਿੱਚ ਲਾਵਾਂਗੇ
ਤੇ ਜੇਕਰ ਸਾਡੀ ਪਾਰਟੀ ਦੀ ਸਰਕਾਰ ਆ ਗਈ ਫਿਰ ਸਾਰਿਆਂ ਦੇ ਟੀਕਾ ਲਾਵਾਂਗੇ। ਇਹਦਾ ਮਤਲਬ ਤਾਂ ਇਹੀ ਨਿਕਲਿਆ ਵੀ ਜੇਕਰ ਪਾਰਟੀ ਦੀ ਸਰਕਾਰ ਨਾ ਆਈ, ਜੇਕਰ ਤੇਜਸਵੀ ਯਾਦਵ ਦੀ ਸਰਕਾਰ ਆ ਜਾਂਦੀ ਹੈ ਉੱਥੇ, ਬਾਕੀ ਪਾਰਟੀਆਂ ਦੇ ਸਹਿਯੋਗ ਵਾਲੀ ਸਰਕਾਰ ਉੱਥੇ ਆ ਜਾਂਦੀ ਹੈ, ਫਿਰ ਇਹ ਟੀਕਾ ਨਹੀਂ ਲੱਗਣਾ ਤੇ ਜੇਕਰ ਲੱਗਾ ਤਾਂ ਫਿਰ ਮੁਫਤ ਦੇ ਵਿੱਚ ਤਾਂ ਬਿਲਕੁਲ ਨਹੀਂ ਲੱਗਣਾ। ਇਹਦਾ ਮਤਲਬ ਇਹ ਵੀ ਹੈ ਵੀ ਇਸ ਕਰੋਨਾ ਮਹਾਮਾਰੀ ਨੂੰ ਆਪਣੇ ਪ੍ਰਸੰਗ ਦੇ ਵਿੱਚ, ਆਪਣੇ ਹਿੱਤ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ ਮਹਾਨ ਭਾਰਤ ਦੇ ਵਿੱਚ ਹੀ ਹੋ ਸਕਦਾ। ਹਾਲੇ ਅਸੀਂ ਕਹਿੰਦੇ ਹਾਂ ਵੀ ਵਿਦੇਸ਼ਾਂ ਦਾ ਮੁਕਾਬਲਾ ਕਰ ਰਹੇ ਹਾਂ, ਡਿਜੀਟਲ ਭਾਰਤ ਦੇ ਵਿੱਚ ਬਹੁਤ ਕੁਝ ਹੋ ਗਿਆ, ਆਹ ਕੁਝ ਹੋ ਰਿਹਾ। ਕਰੋਨਾ ਦੀ ਵੀ ਰਾਜਨੀਤੀ ਚੱਲ ਰਹੀ ਹੈ, ਕਰੋਨਾ ਨੂੰ ਵੀ ਰਾਜਨੀਤਿਕ ਏਜੰਡੇ ਦੇ ਤੌਰ ਦੇ ਉੱਤੇ ਵਰਤ ਲਿਆ ਗਿਆ। ਬੀਜੇਪੀ ਦੇ ਨੇਤਾਵਾਂ ਨੂੰ ਪੰਜਾਬ ਦੇ ਵਿੱਚ ਚੋਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲਾ ਦਿਨ ਨਹੀਂ ਸੀ ਅੱਜ ਵਿਰੋਧ ਦਾ। ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਵੱਖ-ਵੱਖ ਪੰਜਾਬ ਦੇ ਬੀਜੇਪੀ ਨੇਤਾਵਾਂ ਨੂੰ ਕਿਸਾਨਾਂ ਵੱਲੋਂ ਲਗਾਤਾਰ ਘੇਰਾ ਪਾਇਆ ਜਾ ਰਿਹਾ। ਨਤੀਜਾ ਇਹਦਾ ਭਾਵੇਂ ਕੋਈ ਨਿਕਲੇ ਜਾਂ ਨਾ ਨਿਕਲੇ, ਸਿੱਟਾ ਇਹਦਾ ਕੀ ਨਿਕਲਣਾ ਕੁਝ ਕਹਿ ਨਹੀਂ ਸਕਦੇ, ਪਰ ਹੌਲੀ-ਹੌਲੀ ਜਿਹੜਾ ਇਹ ਅੰਦੋਲਨ ਆ ਇਹ ਹਿੰਸਕ ਹੁੰਦਾ ਜਾ ਰਿਹਾ। ਹਾਲਾਂਕਿ ਮੈਂ ਇਹ ਨਹੀਂ ਗੱਲ ਚਾਹੁੰਦਾ ਕਿ ਕਦੇ ਵੀ ਇਹ ਅੰਦੋਲਨ ਹਿੰਸਕ ਹੋਵੇ, ਕਿਉਂਕਿ ਕੇਂਦਰ ਦੀ ਸਰਕਾਰ ਤਾਂ ਚਾਹੁੰਦੀ ਆ ਕਿ ਕਿਸਾਨ ਅੰਦੋਲਨ ਬਦਨਾਮ ਕੀਤਾ ਜਾਵੇ। ਉਹ ਤਾਂ ਸ਼ਾਇਦ ਇਹ ਚਾਹੁੰਦੇ ਆ ਕਿ ਇਹਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਸ਼ਰਾਰਤ ਹੋਵੇ, ਬਾਅਦ ਦੇ ਵਿੱਚ ਅਸੀਂ ਇਹ ਗੱਲ ਕਹੀਏ ਵੀ ਦੇਖੋ ਪੰਜਾਬ ਦੇ ਵਿੱਚ ਆਹ ਕੁਝ ਚੱਲ ਰਿਹਾ। ਇਹ ਖੇਤੀਬਾੜੀ ਦੇ ਨਾਂ ਦੇ ਉੱਤੇ, ਕਿਸਾਨਾਂ ਦੇ ਨਾਂ ਦੇ ਉੱਤੇ ਕਾਂਗਰਸੀ ਸਾਰਾ ਕੁਝ ਕਰੀ ਜਾਂਦੇ ਆ। ਤੇ ਬੀਜੇਪੀ ਦੇ ਨੇਤਾ ਖੁੱਲ੍ਹ ਕੇ ਗੱਲ ਕਹਿੰਦੇ ਵੀ ਆ ਕਿ ਜੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਅਸਲ ਦੇ ਵਿੱਚ ਕਾਂਗਰਸ ਦੇ ਵੱਲੋਂ ਜਿਹੜੇ ਤਿਆਰ ਕੀਤੇ ਗਏ ਆਪਣੇ ਸਮਰਥਕ ਆ, ਉਹ ਸਾਡਾ ਧਰਨਾ ਪ੍ਰਦਰਸ਼ਨ ਕਰਦੇ, ਵਿਰੋਧ ਕਰਦੇ ਆ। ਪਿਛਲੇ ਦਿਨੀਂ ਜਲੰਧਰ ਦੇ ਰੈਸਟ ਹਾਊਸ ਦੇ ਵਿੱਚ, ਸਰਕਟ ਹਾਊਸ ਦੇ ਵਿੱਚ ਇੱਕ ਬੀਜੇਪੀ ਦੇ ਸੀਨੀਅਰ ਨੇਤਾ ਪਹੁੰਚੇ। ਬਾਹਰ ਬਹਿ ਗਏ ਕਿਸਾਨ ਧਰਨੇ ਦੇ ਉੱਤੇ ਕਿ ਅਸੀਂ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ। ਉਸ ਤੋਂ ਬਾਅਦ ਉਸ ਬੀਜੇਪੀ ਨੇਤਾ ਨੇ ਇਹ ਗੱਲ ਕਹੀ ਜੀ ਕਿ ਇਹ ਤਾਂ ਕਾਂਗਰਸ ਦੇ ਸਮਰਥਕ ਆ, ਇਹ ਕੋਈ ਅਸਲ ਕਿਸਾਨ ਨਹੀਂ ਆ। ਤੇ ਕਿਸਾਨਾਂ ਨੇ ਜਿਹੜੇ ਬਾਹਰ ਬੈਠੇ ਸੀ ਲਾਲ ਝੰਡੇ ਲੈ ਕੇ, ਉਹਨਾਂ ਨੇ ਕਿਹਾ ਜੀ ਕਿ ਅੰਦਰੋਂ ਤਾਂ ਬਾਹਰ ਨਿਕਲ ਕੇ ਸਾਡੇ ਵਿਚਾਲੇ ਆਉਣ ਬੀਜੇਪੀ ਦੇ ਨੇਤਾ ਜੀ। ਅਸੀਂ ਇਹਨਾਂ ਨੂੰ ਦੱਸਦੇ ਹਾਂ ਜੀ ਕਿ ਅਸੀਂ ਕਿਸਾਨ ਆ ਜਾਂ ਕਾਂਗਰਸੀ ਨੇਤਾਵਾਂ ਦੇ ਸਮਰਥਕ ਆ, ਜਾਂ ਅਸੀਂ ਕੌਣ ਆ, ਪੰਜੇ ਵਾਲੇ ਆ ਕਿ ਅਸੀਂ ਝੰਡੇ ਵਾਲੇ ਆ, ਅਸੀਂ ਕੌਣ ਆ। ਸੋ ਉਸ ਤੋਂ ਬਾਅਦ ਉਹ ਪਰਦੇ ਦੇ ਨਾਲ ਹੋਰ ਪਾਸੇ ਦੀ ਨਿਕਲੇ ਆ। ਇਹੋ ਜਿਹੀਆਂ ਖਬਰਾਂ ਜਦੋਂ ਪ੍ਰਾਪਤ ਹੋ ਰਹੀਆਂ ਤਾਂ ਮੈਂ ਹੈਰਾਨ ਜ਼ਰੂਰ ਹੁੰਨਾ। ਵੱਖ-ਵੱਖ ਵਿਭਾਗਾਂ ਦੇ ਵੱਲੋਂ, ਵੱਖ-ਵੱਖ ਏਜੰਸੀਆਂ ਦੇ ਵੱਲੋਂ ਉੱਪਰ ਤੱਕ ਪਹੁੰਚਾਈ ਜਾਂਦੀ ਆ ਵੀ ਕਿਹੜੇ ਸੂਬੇ 'ਚ ਕੀ ਕੁਝ ਚੱਲ ਰਿਹਾ, ਕੀ ਕੁਝ ਇਸ ਵਕਤ ਹੋ ਰਿਹਾ, ਕੀ ਗੋਂਦਾਂ ਗੁੰਦੀਆਂ ਜਾ ਰਹੀਆਂ। ਪਰ ਕੀ ਇਸ ਗੱਲ ਦੀ ਜਾਣਕਾਰੀ ਏਜੰਸੀਆਂ ਨਹੀਂ ਪਹੁੰਚਾਉਂਦੀਆਂ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਬਹੁਤ ਵੱਡਾ ਘੇਰਾ ਪੈ ਰਿਹਾ? ਪੰਜਾਬ ਦੇ ਕੀ ਜਿਹੜੇ ਬੀਜੇਪੀ ਦੇ ਨੇਤਾ ਘੇਰੇ ਜਾ ਰਹੇ ਆ, ਇਹ ਜਾਣਕਾਰੀ ਨਹੀਂ ਪਹੁੰਚਾਉਂਦੇ ਕਿ ਜੀ ਸਾਡਾ ਜਿਉਣਾ ਦੁੱਭਰ ਹੋ ਰਿਹਾ, ਸਾਡੇ ਲੋਕ ਲੀੜੇ ਪਾੜ ਰਹੇ ਆ, ਕਿਸਾਨਾਂ ਨੇ ਸਾਡਾ ਘਰੋਂ ਬਾਹਰ ਨਿਕਲਣਾ ਦੁੱਭਰ ਕੀਤਾ ਹੋਇਆ। ਮਤਲਬ ਇਹ ਆ ਵੀ ਪਤਾ ਬੇਸ਼ੱਕ ਸਾਰਾ ਕੁਝ ਹੀ ਆ, ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਘੇਸਲ ਮਾਰੀ ਹੋਈ ਵੀ ਆਪਾਂ ਨੂੰ ਕੀ। ਤੁਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖ ਲਓ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੇਂਦਰ ਦੀ ਕਿਹੜੀ ਸਰਕਾਰ ਆ ਜਿਹਨੇ ਪੰਜਾਬ ਦੇ ਹਿੱਤਾਂ ਦਾ ਫਿਕਰ ਕੀਤਾ? ਕਿਹੜੀ ਇਹੋ ਜਿਹੀ ਦਿੱਲੀ ਦੀ ਸਰਕਾਰ ਆ ਜਿਹਨੇ ਇਹ ਸੋਚਿਆ ਵੀ ਪੰਜਾਬ ਦੇ ਲਈ ਸਾਨੂੰ ਕੁਝ ਕਰਨਾ ਚਾਹੀਦਾ? ਪੰਜਾਬ ਤਾਂ ਮੈਂ ਕਦੇ-ਕਦੇ ਸੋਚਦਾ ਹੁੰਦਾ ਆਪਣੇ ਜਜ਼ਬੇ ਦੇ ਨਾਲ, ਆਪਣੇ ਬਲਬੂਤੇ, ਆਪਣੀ ਦ੍ਰਿੜਤਾ ਦੇ ਨਾਲ ਹੀ ਅੱਗੇ ਵਧੀ ਜਾਂਦਾ, ਨਹੀਂ ਤਾਂ ਕਿਸੇ ਕੇਂਦਰੀ ਸਰਕਾਰ ਨੇ ਇਹਨਾਂ ਦਾ ਇੱਕ ਪੈਸੇ ਦਾ ਸਾਡਾ ਸਹਿਯੋਗ ਨਹੀਂ ਦਿੱਤਾ। ਸੋ ਅੱਜ ਵੀ ਇਹੀ ਕੁਝ ਹੋਇਆ। ਚੰਡੀਗੜ੍ਹ ਨੂੰ ਜਾ ਰਹੇ ਸੀਗੇ ਬੀਜੇਪੀ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ। ਸਕਾਲਰਸ਼ਿਪ ਮਾਮਲੇ ਦੇ ਉੱਤੇ ਵਿਰੋਧ ਕਰਨ ਦੇ ਲਈ ਕੈਪਟਨ ਦੀ ਸਰਕਾਰ ਨੂੰ ਘੇਰਨ ਦੇ ਲਈ ਜਲੰਧਰੋਂ ਚੱਲੇ ਤੇ ਚੰਡੀਗੜ੍ਹ ਪਹੁੰਚਣਾ। ਜਦੋਂ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ, ਕਿਸਾਨਾਂ ਨੇ ਘੇਰਾ ਘੱਤ ਲਿਆ ਬੀਜੇਪੀ ਦੇ ਨੇਤਾਵਾਂ ਨੂੰ। ਇੱਥੇ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਇਆ ਕਿਸਾਨ ਤੇ ਬੀਜੇਪੀ ਦੇ ਸਮਰਥਕ ਤੇ ਆਗੂ। ਲੀੜੇ ਪਾਟੇ ਆ ਕਈਆਂ ਦੇ ਵੱਜੀਆਂ ਸੱਟਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਨਵਾਂ ਸ਼ਹਿਰ ਦੇ ਵਿੱਚ ਭਾਜਪਾ ਆਗੂ ਜਦੋਂ ਡਾਕਟਰ BR ਅੰਬੇਦਕਰ ਸਾਹਿਬ ਦੇ ਬੁੱਤ ਦੇ ਉੱਤੇ ਹਾਰ ਪਹਿਨਾਉਣ ਆਏ ਤਾਂ ਕਿਸਾਨਾਂ ਨਾਲ ਉਹਨਾਂ ਦੀ ਸਿੱਧੀ ਟੱਕਰ ਹੋ ਗਈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਨ ਦੇ ਲਈ ਲਾਠੀਚਾਰਜ ਵੀ ਕੀਤਾ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਉਸ ਸਮੇਂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਜਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਬੁੱਤ ਨੂੰ ਹਾਰ ਪਾਉਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਉਸ ਨੂੰ ਪਿੱਛੇ ਵੱਲ ਧੱਕ ਦਿੱਤਾ ਤੇ ਉਸ ਦੀ ਕਮੀਜ਼ ਪਾੜ ਸੁੱਟੀ। ਦੱਸਿਆ ਜਾ ਰਿਹਾ ਕਿ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਪੂਨਮ ਮਾਨਕ, ਅਸ਼ਵਨੀ ਵਲਗੜ ਤੇ ਹੋਰਾਂ ਦੇ ਵੀ ਸੱਟਾਂ ਲੱਗੀਆਂ ਨੇ। ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸੰਸਦ ਮੈਂਬਰ ਵਿਜੇ ਸੰਪਲਾ ਜੋ ਕਿ ਸਾਬਕਾ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਕੱਢੀ ਗਈ ਦਲਿਤ ਇਨਸਾਫ ਯਾਤਰਾ ਤਾਂ ਨਵਾਂ ਸ਼ਹਿਰ ਨਹੀਂ ਆਈ, ਪਰ ਇਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ ਭਾਜਪਾ ਦੇ ਸਥਾਨਕ ਆਗੂਆਂ ਨੂੰ ਉਸ ਵੇਲੇ ਖਿੱਚ-ਧੂ ਕਰਕੇ ਰੋਕ ਦਿੱਤਾ ਜਦੋਂ ਉਹ ਡਾਕਟਰ BR ਅੰਬੇਦਕਰ ਦੇ ਬੁੱਤ ਨੂੰ ਹਾਰ ਪਾਉਣ ਲੱਗੇ ਸਨ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਲਈ ਭਾਜਪਾ ਆਗੂਆਂ ਨੂੰ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਵੜਨ ਨਹੀਂ ਦੇਣਗੇ। ਭਾਜਪਾ ਆਗੂਆਂ ਤੇ ਕਿਸਾਨਾਂ ਵਿਚਕਾਰ ਹੱਥੋਂ ਪਾਈ ਇਸ ਹੱਦ ਤੱਕ ਵੱਧ ਗਈ ਕਿ ਕਈ ਆਗੂਆਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਭਾਜਪਾ ਦੇ ਕਈ ਆਗੂ ਜ਼ਖਮੀ ਵੀ ਹੋਏ। ਦੱਸਣਾ ਬਣਦਾ ਕਿ ਭਾਜਪਾ ਆਗੂ ਦਲਿਤ ਇਨਸਾਫ ਯਾਤਰਾ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਸਨ, ਪਰ ਕਿਸਾਨਾਂ ਵੱਲੋਂ ਉਹਨਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ, ਜਿਸ ਕਰਕੇ ਦੋਵਾਂ ਪਾਸਿਆਂ ਦੇ ਆਗੂ ਇੱਕ ਦੂਜੇ ਨਾਲ ਭਿੜ ਪਏ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਜੇਪੀ ਦੇ ਨੇਤਾਵਾਂ ਨੂੰ ਇਸ ਵਕਤ ਕੰਧ ਦੇ ਉੱਤੇ ਲਿਖਿਆ ਹੋਇਆ ਪੜ੍ਹ ਲੈਣਾ ਚਾਹੀਦਾ। ਬੇਸ਼ੱਕ ਅੱਜ ਕਿਸਾਨ ਭਾਈਚਾਰੇ ਦੇ ਵੱਲੋਂ ਮਾਲ ਗੱਡੀਆਂ ਲੰਘਣ ਵਾਸਤੇ ਆਪਣੇ ਧਰਨੇ ਰੇਲ ਦੀਆਂ ਪਟੜੀਆਂ ਤੋਂ ਹਟਾ ਦਿੱਤੇ ਗਏ ਆ,
पर ਇਹਦਾ मतलब ਇਹ ਬਿਲਕੁਲ नहीं कि किसान जथेबंदियां किसान भाईचारा खेत मजदूर भाईचारा ਜਿਹੜਾ ਉਹ बीजेपी ਦੇ ਨਾਲ ਹੋ ਤੁਰਿਆ। इस वक्त क्योंकि सरकार ਦੇ ਵੱਲੋਂ भी गल कही जा रही सी कि जी पंजाब ਦੇ ਵਿੱਚ ਕੋਲਾ है नहीं, DAP ਦੀ किल्लत आ, इस वक्त यूरिया ਦੀ किल्लत आ, इस करके 5 नवंबर तक ਦੇ ਲਈ ਰੇਲ ਦੀਆਂ ਪਟੜੀਆਂ ਤੋਂ ਧਰਨੇ ਚੱਕ ਦਿੱਤੇ ਆ ਕਿਸਾਨ ਜਥੇਬੰਦੀਆਂ ਨੇ। ਮੁਸਾਫਰਾਂ ਵਾਲੀਆਂ ਗੱਡੀਆਂ ਰੋਕੀਆਂ ਜਾਣਗੀਆਂ ਪਰ ਮਾਲ ਗੱਡੀਆਂ ਨਹੀਂ। BJP ਦੇ ਨੇਤਾਵਾਂ ਦਾ ਘਿਰਾਓ ਲਗਾਤਾਰ ਜਾਰੀ ਰਹੂਗਾ। 4 नवंबर ਨੂੰ ਇਸ ਮੁਤਲਕ ਅਗਲੀ ਮੀਟਿੰਗ ਹੋਣੀ ਆ, ਉਦੋਂ ਨਵਾਂ ਏਜੰਡਾ ਉਲੀਕਿਆ ਜਾਣਾ, ਨਵਾਂ ਉਸ ਵਕਤ ਕੋਈ ਤਰਕੀਬ ਸੋਚੀ ਜਾਣੀ ਆ ਕਿ ਅਸੀਂ ਹੋਰ ਕਿਵੇਂ ਘੇਰਾ ਪਾਉਣਾ। ਪਰ ਉਦੋਂ ਤੱਕ ਲਗਾਤਾਰ ਟੋਲ ਪਲਾਜ਼ਿਆਂ ਦੇ ਉੱਤੇ ਘਿਰਾਓ ਹੋਊਗਾ, ਲਗਾਤਾਰ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮੂਹਰੇ ਧਰਨੇ ਜਾਰੀ ਰਹਿਣਗੇ, ਰਿਲਾਇੰਸ ਦੇ ਸ਼ੋਰੂਮ ਘੇਰੇ ਜਾਣਗੇ। BJP ਦੇ ਨੇਤਾ ਜਿੱਥੇ ਵੀ ਮਿਲਣਗੇ ਉਹਨਾਂ ਦਾ ਮੁਰਦਾਬਾਦ ਦੇ ਨਾਲ ਸਵਾਗਤ ਕੀਤਾ ਜਾਊਗਾ। ਇਸ ਗੱਲ ਨੂੰ BJP ਦੇ ਨੇਤਾ ਆਪਣੇ ਜ਼ਿਹਨ ਦੇ ਵਿੱਚ ਬਿਠਾ ਕੇ ਰੱਖਣ। ਗੱਲ ਇਹ ਆ ਵੀ ਜਾਂ ਤਾਂ ਤੁਸੀਂ ਸਮਝ ਲਓ ਤੇ ਜਾਂ ਤੁਸੀਂ ਸਮਝਾ ਦਿਓ। ਮਸਲੇ ਦਾ ਹੱਲ ਉਦੋਂ ਨਿਕਲਦਾ ਜਦੋਂ ਅਸੀਂ ਦੂਜੇ ਨੂੰ ਸਮਝਾਉਣ ਦੀ ਸਮਰੱਥਾ ਰੱਖਦੇ ਹੋਈਏ। ਪਰ ਜੇਕਰ ਤੁਸੀਂ ਵਿੱਚ ਜਾ ਕੇ ਕਿਸਾਨਾਂ ਦੇ ਉਹਨਾਂ ਨੂੰ ਸਮਝਾ ਹੀ ਨਹੀਂ ਸਕਦੇ, ਜੇਕਰ ਤੁਸੀਂ ਇਹ ਗੱਲ ਕਹਿੰਦੇ ਆ ਬਾਹਰ ਬੈਠੇ ਜਾਂ AC ਕਮਰੇ ਦੇ ਵਿੱਚ ਬੈਠ ਕੇ ਇਹ ਗੱਲ ਕਹਿ ਦਿੰਦੇ ਆ ਕਿ ਫਲਾਣਿਆਂ ਨੂੰ ਗੁੰਮਰਾਹ ਕੀਤੇ ਕਿਸਾਨ, ਫਿਰ ਇਹ ਗੱਲ ਧਰਨੇ ਦੇ ਵਿੱਚ ਜਾ ਕੇ ਕਹੋ ਵੀ ਭਾਈ ਤੁਹਾਨੂੰ ਗੁੰਮਰਾਹ ਕੀਤਾ ਗਿਆ, ਤੁਸੀਂ ਗੁੰਮਰਾਹ ਨਾ ਹੋਵੋ। ਆਹ ਦੇਖੋ ਜੀ ਸਾਡੇ ਕੋਲੇ ਖੇਤੀ ਕਾਨੂੰਨ ਦੀਆਂ ਕਾਪੀਆਂ, ਇਹਦੇ ਵਿੱਚ ਇੱਕ ਵੀ ਸਤਰ ਇਹੋ ਜਿਹੀ ਦੱਸੋ, ਇੱਕ ਵੀ ਇਹੋ ਜਿਹੀ ਗੱਲ ਦੱਸੋ, ਨੁਕਤਾ ਲੱਭ ਕੇ ਦਿਖਾਓ ਵੀ ਇਹ ਤੁਹਾਡੇ ਹਿੱਤ ਦੇ ਵਿੱਚ, ਤੁਹਾਡੇ ਹੱਕ ਦੇ ਵਿੱਚ ਗੱਲ ਨਹੀਂ ਆ। ਪਰ ਕਿਉਂਕਿ ਉਹ ਇੰਨੀ ਸਮਰੱਥਾ ਹੀ ਨਹੀਂ ਰੱਖਦੇ, ਉਹਨਾਂ ਦੇ ਕੋਲੇ ਇੰਨੇ ਤਰਕ ਹੀ ਹੈ ਨਹੀਂ, ਉਹਨਾਂ ਦੇ ਕੋਲੇ ਇੰਨਾ ਚੱਜ ਹੀ ਹੈ ਨਹੀਂ ਕਿ ਉਹ ਕਿਸਾਨਾਂ ਦਾ ਜਾ ਕੇ ਸਾਹਮਣਾ ਕਰ ਸਕਣ। ਸੋ ਇਸ ਕਰਕੇ ਪੰਜਾਬ ਦੇ ਵਿੱਚ BJP ਦੇ ਨੇਤਾਵਾਂ ਨੂੰ ਬਹੁਤ ਵੱਡੀ ਸਮੱਸਿਆ ਖੜੀ ਹੋਈ ਹੈ। ਵਿਜੇ ਸਾਂਪਲਾ ਹੋਰਾਂ ਦਾ ਹੁਣ ਤੱਕ ਕਈ ਵਾਰੀ ਘਿਰਾਓ ਹੋਇਆ। ਹੋਰ ਜਿਹੜੇ BJP ਦੇ ਪ੍ਰਧਾਨ ਨੇ ਪੰਜਾਬ ਦੇ ਅਸ਼ਵਨੀ ਸ਼ਰਮਾ ਹੋਰੀ, ਉਹਨਾਂ ਦਾ ਵੀ ਇਸ ਵਕਤ ਕਈ ਵਾਰ ਘਿਰਾਓ ਹੋ ਚੁੱਕਿਆ। ਕਈ ਹੋਰ ਜਿਹੜੇ BJP ਦੇ ਆਗੂ ਆ ਲਗਾਤਾਰ ਘੇਰੇ ਦੇ ਵਿੱਚ ਆ ਰਹੇ ਆ। ਕਿਸਾਨ ਲਗਾਤਾਰ ਅਗਰੈਸਿਵ ਹੋ ਰਹੇ ਆ, ਕਿਸਾਨ ਲਗਾਤਾਰ ਆਪਣੇ ਅੰਦੋਲਨ ਨੂੰ ਅੱਗੇ ਤੋਂ ਅੱਗੇ ਵਧਾ ਰਹੇ ਆ। ਜਿਵੇਂ ਜਿਵੇਂ ਉਹਨਾਂ ਦੇ ਪ੍ਰਦਰਸ਼ਨ, ਉਹਨਾਂ ਦੇ ਧਰਨੇ ਲਗਾਤਾਰ ਅੱਗੇ ਵਧ ਰਹੇ ਆ, ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਹਰਖ ਪੈਦਾ ਹੋ ਰਿਹਾ ਕਿ BJP ਦੇ ਇਹ ਨੇਤਾ ਕੀ ਜਾ ਕੇ ਸੈਂਟਰ ਨੂੰ ਕੋਈ ਰਿਪੋਰਟ ਨਹੀਂ ਦਿੰਦੇ, ਕੇਂਦਰ ਦੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ। ਇਸ ਕਰਕੇ ਉਹ ਲਗਾਤਾਰ ਲੰਮੇ ਹੱਥੀ ਲੈ ਰਹੇ BJP ਨੇਤਾਵਾਂ ਨੂੰ। ਅੱਜ ਤਾਂ ਲੀੜੇ ਪਾਟੇ ਆ, ਕੱਲ੍ਹ ਨੂੰ ਇਹ ਨਾ ਹੋਵੇ ਪੰਜਾਬ ਦੇ ਵਿੱਚ ਕੋਈ ਹੋਰ ਵਰਤਾਰਾ ਸਾਹਮਣੇ ਆਵੇ। ਇਸ ਕਰਕੇ BJP ਦੇ ਨੇਤਾਵਾਂ ਨੂੰ ਇਹ ਚਾਹੀਦਾ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਸ਼ਾਂਤ ਕਰਨ ਦੇ ਲਈ ਉਹ ਦੱਸਣ ਗੱਲ ਵੀ ਭਾਈ ਅਸੀਂ ਤੁਹਾਡੇ ਲਈ ਆਹ ਕੀਤਾ, ਤੇ ਜਾਂ ਫਿਰ ਖੇਤੀ ਕਾਨੂੰਨ ਵਾਪਸ ਲਏ ਜਾਣ। ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸੁਲ੍ਹਾ ਸਫਾਈ ਦੀ ਗੱਲ ਅੱਗੇ ਵਧੀ ਹੈ। ਹੈਰਾਨੀ ਇਸ ਗੱਲ ਦੀ ਹੋਈ ਕਿ ਬੱਧਨੀ ਕਲਾਂ ਦੇ ਵਿੱਚ ਸਿੱਧੂ ਹੋਰੀ ਬਹੁਤ ਤੱਤੇ ਰੌਂ ਦੇ ਵਿੱਚ ਦਿਸਦੇ ਆ। ਪਰ ਪਿਛਲੇ ਦਿਨੀ ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸ ਦੇ ਵਿੱਚ ਸਿੱਧੂ ਹੋਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਤ ਕਰਦੇ ਆ। ਉਹ ਇਹ ਗੱਲ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੀ ਇਹਨਾਂ ਖੇਤੀ ਬਿੱਲਾਂ ਨੂੰ ਪਾਸ ਕਰ ਸਕਦੇ ਸੀ, ਤੇ ਇਹ ਜਿਹੜੇ ਬਿੱਲ ਆ ਇਹ ਕੇਂਦਰ ਦੀ ਗੱਲ ਦੇ ਉੱਤੇ ਚਪੇੜ ਵਰਗੀ ਆ। ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਜਿੰਨੇ ਵੀ ਉੱਥੇ ਵਿਧਾਇਕ ਸੀ ਉਹਨਾਂ ਨੇ ਮੇਜ਼ ਨੂੰ ਥਪਥਪਾਇਆ ਤੇ ਉਹਨਾਂ ਨੇ ਸਵਾਗਤ ਕੀਤਾ। ਅਗਲੇ ਦਿਨ ਕੈਪਟਨ ਸਾਹਿਬ ਦਾ ਬਿਆਨ ਆਉਂਦਾ ਕਿ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦੇ ਵਿੱਚ ਬਹੁਤ ਖੂਬ ਬੋਲਿਆ। ਹੁਣ ਵਿੱਚੋਂ ਨਵੀਂ ਖਬਰ ਆਈ ਹੈ, ਹਰੀਸ਼ ਰਾਵਤ ਹੋਰਾਂ ਨੇ ਕਿਹਾ ਜੀ ਕਿ ਦੋਹਾਂ ਆਗੂਆਂ ਦੀ ਯਾਨੀ ਕਿ ਕੈਪਟਨ ਤੇ ਸਿੱਧੂ ਦੀ ਸੁਲ੍ਹਾ ਸਫਾਈ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਸੀ ਤੇ ਮੈਂ ਇਹਦੇ ਵਿੱਚ ਕਾਫੀ ਹੱਦ ਤੱਕ ਸਫਲ ਵੀ ਹੋਇਆ। ਤੇ ਪਿਛਲੇ ਦਿਨੀ ਆਪਾਂ ਜਾਣਦੇ 2 ਦਿਨ ਪਹਿਲਾਂ ਨਵਜੋਤ ਸਿੱਧੂ ਦਾ ਜਨਮ ਦਿਨ ਵੀ ਸੀ। ਉਸ ਦਿਨ ਹਰੀਸ਼ ਰਾਵਤ ਹੋਰਾਂ ਨੇ ਕੇਕ ਦੇ ਨਾਲ ਮੂੰਹ ਮਿੱਠਾ ਵੀ ਕਰਾਇਆ ਸਿੱਧੂ ਦਾ। ਕਹਿੰਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਨੂੰ ਵਧਾਈਆਂ ਦਿੱਤੀਆਂ। ਹੁਣ ਵਿੱਚੋਂ ਭਰੋਸੇਯੋਗ ਸੂਤਰੇ ਗੱਲ ਦੱਸਦੇ ਆ ਕਿ ਆਉਂਦੇ ਕੁਝ ਕੁ ਦਿਨਾਂ ਦੇ ਵਿੱਚ ਜਾਂ ਕੁਝ ਕੁ ਹਫ਼ਤਿਆਂ ਦੇ ਵਿੱਚ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। 2 ਤਰ੍ਹਾਂ ਦੀ ਜ਼ਿੰਮੇਵਾਰੀ ਹੋ ਸਕਦੀ ਹੈ, ਜਾਂ ਤਾਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਅੱਧਰ ਖਾਤੇ ਤਿਆਰੀ ਚੱਲ ਰਹੀ ਹੈ, ਤੇ ਜਾਂ ਫਿਰ ਕੈਬਨਿਟ ਦੇ ਵਿੱਚ ਵਾਪਸ ਲਿਆਉਣ ਦੀ ਗੱਲ ਚੱਲ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਾਂਗਰਸ ਦੇ ਨਵੇਂ ਬਣਾਏ ਗਏ ਪੰਜਾਬ ਇੰਚਾਰਜ ਹਰੀਸ਼ ਰਾਵਤ ਆਪਣੇ ਮਨਸ਼ੇ ਦੇ ਵਿੱਚ ਲੱਗਦਾ ਸਫਲ ਹੋ ਰਹੇ ਨੇ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸਨ ਕਿ ਸਿੱਧੂ ਤੇ ਕੈਪਟਨ ਦਰਮਿਆਨ ਸੁਲ੍ਹਾ ਸਫਾਈ ਹੋ ਜਾਵੇ। ਹਾਲਾਂਕਿ ਸ਼ੁਰੂਆਤ ਦੇ ਵਿੱਚ ਉਹ ਸਫਲ ਹੁੰਦੇ ਦਿਖਾਈ ਦਿੱਤੇ, ਪਰ ਬੱਧਨੀ ਕਲਾਂ ਵਾਲੀ ਰੈਲੀ ਤੋਂ ਬਾਅਦ ਇਹ ਲੱਗਾ ਜੀ ਕਿ ਉਹਨਾਂ ਦੇ ਇਸ ਉਦਮ ਨੂੰ ਸਫਲਤਾ ਨਹੀਂ ਮਿਲ ਰਹੀ। ਪਰ ਹੁਣ ਜਿਸ ਤਰੀਕੇ ਦੇ ਨਾਲ ਸਿੱਧੂ ਤੇ ਕੈਪਟਨ ਦਾ ਦੋਵਾਂ ਦਾ ਰੌਂ ਬਦਲਿਆ, ਉਸ ਤੋਂ ਬਾਅਦ ਹਰੀਸ਼ ਰਾਵਤ ਆਪਣੇ ਮਕਸਦ ਦੇ ਵਿੱਚ ਸਫਲ ਹੋ ਗਏ ਨੇ। ਜਾਪਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਉਂਦੇ ਦਿਨਾਂ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਮਿਲੇਗੀ। ਹਰੀਸ਼ ਰਾਵਤ ਨੂੰ ਜਦੋਂ ਪੱਤਰਕਾਰਾਂ ਨੇ ਇਸ ਮੁਤਲਕ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ ਤੇ ਸਿੱਧੂ ਨੂੰ ਸਬਰ ਦਾ ਮਿੱਠਾ ਫਲ ਜ਼ਰੂਰ ਮਿਲੇਗਾ ਤੇ ਜਲਦ ਹੀ ਮਿਲੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਨਾਲ ਸਬਰ ਦਾ ਮਿੱਠਾ ਫਲ ਬਹੁਤ ਵਧੀਆ ਹੁੰਦਾ ਤੇ ਇਹ ਮਿਲਣਾ ਸਭ ਨੂੰ ਹੁੰਦਾ ਤੇ ਸਿੱਧੂ ਨੂੰ ਵੀ ਮਿਲੇਗਾ, ਇਹ ਗੱਲਾਂ ਹਰੀਸ਼ ਰਾਵਤ ਹੋਰਾਂ ਨੇ ਕਹੀਆਂ। ਮਤਲਬ ਇਹ ਹੈ ਕਿ ਸਿੱਧੂ ਨੂੰ ਪੰਜਾਬ ਦੇ ਵਿੱਚ ਕੋਈ ਵੱਡਾ ਅਹੁਦਾ ਮਿਲ ਰਿਹਾ।
ਕਈ ਲੋਕਾਂ ਦਾ ਇਹ ਕਹਿਣਾ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਹੋਣਾ, ਉਹਦੇ ਵਿੱਚ ਸਿੱਧੂ ਹੋਰਾਂ ਨੂੰ ਫਿਰ ਕੈਬਨਿਟ ਮੰਤਰੀ ਲੈ ਲਿਆ ਜਾਣਾ। ਕਈਆਂ ਦਾ ਇਹ ਕਹਿਣਾ ਕਿ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਣ ਜਾਣਾ। ਦੋਵਾਂ ਦੇ ਵਿੱਚੋਂ ਕਿਹੜਾ ਅਹੁਦਾ ਮਿਲਦਾ ਇਹਦੇ ਬਾਬਤ ਤਾਂ ਕੁਝ ਕਹਿ ਨਹੀਂ ਸਕਦੇ, ਪਰ ਹਰੀਸ਼ ਰਾਵਤ ਹੋਰਾਂ ਨੇ ਇਹ ਗੱਲ ਪੱਕੀ ਕਰ ਦਿੱਤੀ ਹੈ, ਸਹੀ ਪਾ ਦਿੱਤੀ ਹੈ ਇਸ ਗੱਲ ਦੇ ਉੱਤੇ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਪਾਰਟੀ ਵਿੱਚ ਨਹੀਂ ਜਾਵੇਗਾ, ਉਹ ਕਾਂਗਰਸ ਦੇ ਵਿੱਚ ਹੀ ਰਹੇਗਾ, ਕਾਂਗਰਸ ਦੇ ਵਿੱਚ ਹੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਤੇ ਪੰਜਾਬ ਦੇ ਵਿੱਚ ਉਹਨੂੰ ਬਣਦਾ ਮਾਣ ਸਨਮਾਨ ਮਿਲੇਗਾ। ਸੋ ਹੁਣ ਦੇਖਦੇ ਹਾਂ ਕਿ ਇਹ ਸਾਰਾ ਮਾਣ ਸਨਮਾਨ ਕਦੋਂ ਮਿਲਦਾ ਤੇ ਜੇਕਰ ਮਾਣ ਸਨਮਾਨ ਮਿਲ ਜਾਂਦਾ ਸਿੱਧੂ ਕਿਹੋ ਜਿਹੀ ਉਡਾਰੀ ਭਰਦਾ। ਪਰ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਜ਼ਰੂਰ ਚਰਚਾ ਹੁੰਦੀ ਹੈ, ਇਸ ਗੱਲ ਦਾ ਜ਼ਰੂਰ ਸਵਾਲ ਵੀ ਪੈਦਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਕੀ ਮਹੱਤਵਪੂਰਨ ਰੁਤਬੇ ਦੇ ਕਰਕੇ ਚੁੱਪ ਰਹਿੰਦੇ ਆ, ਉਹਨਾਂ ਨੂੰ ਰੁਤਬਾ ਨਾ ਵੀ ਮਿਲੇ ਤਾਂ ਵੀ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਆਬੋ ਹਵਾ ਦੇ ਵਿੱਚ ਸਾਹ ਲੈਂਦੇ, ਇਸ ਕਰਕੇ ਪੰਜਾਬ ਦੇ ਮੁੱਦੇ ਚੁੱਕਣੇ ਚਾਹੀਦੇ ਆ। ਜੇ ਰੁਤਬਾ ਹੋਵੇ ਤਾਂ ਵੀ ਮੁੱਦੇ ਚੁੱਕੋ ਤੇ ਜੇ ਰੁਤਬਾ ਨਾ ਹੋਵੇ ਤਾਂ ਵੀ ਚੁੱਕੋ, ਕਿਉਂਕਿ ਬਤੌਰ ਪੰਜਾਬੀ ਸਭ ਦਾ ਫਰਜ਼ ਬਣਦਾ, ਭਾਵੇਂ ਕੋਈ ਰਿਕਸ਼ਾ ਚਾਲਕ ਹੋਵੇ, ਭਾਵੇਂ ਵਿਧਾਇਕ ਹੋਵੇ, ਭਾਵੇਂ ਪੱਤਰਕਾਰ ਹੋਵੇ, ਭਾਵੇਂ ਵਪਾਰੀ ਹੋਵੇ ਤੇ ਭਾਵੇਂ ਕੋਈ ਮੰਤਰੀ ਹੋਵੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।